हे प्राणनाथ गोबिंद है, कृपा निधान जगद गुरु। हे संसार ताप हरण है, करुणामय सब दुख हरो। हे शरण जोग दयाल है, दीनानाथ मया करहु। शरीर स्वस्थ क्षीण समय, सिमरंत नानक राम दामोदर माधव है। अम्य दृष्ट शुभ करै, हरै अग पाप सकल मल। काम क्रोध हर लोभ मोह, वश करै सबै बल। सदा सुख मन वसै, दुख संसार खोवै। गुर नवनिध दरियाओ, जन्म हम कालख तोवै। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहेगुरु साहिब जी। एक ओंकार सतगुर प्रसाद। राग रामकली महला नावा ते पदे। रे मन ओट लेहो हर नामा, जाकै सिमरन दुर्मत नासै। पावहे पद निर्बाना। रे मन ओट लेहो हर नामा, जाकै सिमरन दुर्मत नासै। पावहे पद निर्बाना। रहाओ बड़ भागी तिह जन को जानो हो, जो हर के गुण गावै। जन्म जन्म के पाप खोए कै, फुन बैकुंठ सिधावै। अजामल को अंत काल मह, नारायण सुध आई। जां गत को जोगी सुर बाछत, सो गत छिन मह पाई। नाहिन गुण नाहिन कछ विद्या, धर्म कौन गज कीना। नानक बिरद राम का देखो हो, अभै दान तिह दीना। नाहिन गुण नाहिन कछ विद्या, धर्म कौन गज कीना। नानक बिरद राम का देखो हो, अभै दान तिह दीना। वाहिगुरु जी का खालसा, वाहिगुरु जी की फतेह। सच्चे पातशाह दीना बंधु, कृपा दे सागर, पतित पावन, जागदी जोत, धन साहिब
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦਾ ਪਵਿੱਤਰ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਪਵਿੱਤਰ ਸ਼ਬਦ ਦੀ ਆਰੰਭਤਾ ਦੇ ਅੰਦਰ ਬੀਜ ਮੰਤਰ ਮਹਾਰਾਜ ਉਚਾਰਨ ਕਰਦੇ ਹਨ। ਅਦੁੱਤੀ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਤਿੰਨਾਂ ਕਾਲਾਂ ਵਿੱਚ ਸਦਾ ਇੱਕ ਜਿਹਾ ਹੀ ਰਹਿੰਦਾ ਹੈ। ਫਿਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਉਹ ਸਤ ਸਰੂਪ ਹੈ, ਚੇਤਨ ਸਰੂਪ ਹੈ ਤੇ ਆਨੰਦ ਸਰੂਪ ਹੈ। ਇਹ ਤਿੰਨ ਲੱਖਣ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਥਨ ਕੀਤੇ ਹੈ। ਸਤਿਗੁਰੂ ਗਰੀਬ ਨਵਾਜ਼ ਫਰਮਾਉਂਦੇ ਹੈ, ਗੁਰਸਿੱਖੋ ਆਪਣੇ ਵਰਗਾ ਉਹ ਆਪ ਹੀ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਇਸ ਕਰਕੇ ਉਹ ਅਦੁੱਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਉਹਦੇ ਵਿੱਚ ਕੋਈ ਭੇਦ ਵੀ ਨਹੀਂ ਹੈ, ਇਸ ਕਰਕੇ ਉਹ ਅਦਵੈਤ ਸਰੂਪ ਹੈ। ਸਤਿਗੁਰੂ ਜੀ ਫਰਮਾਉਂਦੇ ਹੈ ਕਿ ਸ਼ਬਦ ਦੁਆਰਾ ਧੁਨੀ ਦੁਆਰਾ ਵਾਹਿਗੁਰੂ ਦਾ ਸਪਰਸ਼ ਪਾਇਆ ਜਾਂਦਾ ਏ, ਪਰ ਉਸ ਸਪਰਸ਼ ਦੇ ਬਖਸ਼ਣ ਵਾਲੇ ਸਤਿਗੁਰੂ ਜੀ ਹਨ ਜੋ ਪਰਮੇਸ਼ਰ ਦਾ ਪ੍ਰਤੱਖ ਸਰੂਪ ਹਨ। ਜਦੋਂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ ਤੇ ਫਿਰ ਓੰਕਾਰ ਸਰੂਪ ਦਾ ਅਨੁਭਵ ਹੁੰਦਾ ਹੈ। ਅਨੁਭਵੀ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜੋ ਕੇਵਲ ਇੱਕੋ ਇੱਕ ਆਪ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੇ ਤਾਂ ਫਿਰ ਵਾਹਿਗੁਰੂ ਸਰੂਪ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਅਨੁਭਵੀ ਗਿਆਨ ਖੁੱਲ੍ਹ ਜਾਂਦਾ ਏ। ਰਾਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ। ਰਾਮ ਕਲੀ ਰਾਗ ਦੇ ਅੰਦਰ ਹਜ਼ੂਰ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਮ ਕਲੀ ਰਾਗ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਹੈ। ਤੇ ਪਦੇ ਸ਼ਬਦ ਦੇ ਤਿੰਨ ਪਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਤਿਪਦੇ ਦੁਪਦੇ ਇਹ ਪਾਠ ਨਹੀਂ, ਦੋ ਪਦੇ ਤੇ ਪਦੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਪਦਿਆਂ ਵਾਲਾ ਮਹਾਰਾਜ ਜੀ ਸ਼ਬਦ ਜਿਹੜਾ ਹੈ ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾਮੇ ਸਤਿਗੁਰੂ ਜੀ ਉਚਾਰਨ ਕਰਦੇ ਹਨ। ਰੇ ਮਨ ਓਟ ਲਿਹੋ ਹਰ ਨਾਮਾ। ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਜੀ ਦੇ ਨਾਮ ਦੀ ਓਟ ਲੈਣ ਦੀ ਪ੍ਰੇਰਨਾ ਕਰਦੇ ਹੈ ਕਿ ਹੇ ਮੇਰੇ ਮਨਾ ਵਾਹਿਗੁਰੂ ਦੀ ਓਟ ਲੈਣਾ ਕਰ। ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਥ ਭੇਦ ਜਿਹੜਾ ਹੈ ਨਾ ਉਹ ਭੇਦ ਧਰਦੇ ਹੈ ਕਿ
ਜੇ ਓਟ ਲਈਏ ਤੇ ਫਿਰ ਕੀ ਪ੍ਰਾਪਤ ਹੁੰਦਾ ਹੈ। ਹਜੂਰ ਫਰਮਾਉਂਦੇ ਹਨ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ। ਜਿਸ ਵਾਹਿਗੁਰੂ ਜੀ ਦੇ ਸਿਮਰਨ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਾ ਕੇ ਸਿਮਰਨ ਦੁਰਮਤ ਨਾਸੈ। ਜਿਸ ਵਾਹਿਗੁਰੂ ਜੀ ਦਾ ਚੇਤਾ ਕਰਨ ਨਾਲ, ਸਿਮਰਨ ਕਰਨ ਨਾਲ ਦੁਰਮਤ ਖੋਟੀ ਮਤ ਜਿਹੜੀ ਉਹ ਨਾਸ ਹੋ ਜਾਂਦੀ ਹੈ। ਓਟ ਕਿਵੇਂ ਲਈਦੀ ਹੈ? ਵਾਹਿਗੁਰੂ ਦਾ ਸਿਮਰਨ ਕਰਨ ਨਾਲ ਪਰਮੇਸ਼ਰ ਦੀ ਓਟ ਲਈਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਪ੍ਰੇਰਨਾ ਕੀਤੀ ਹੈ, ਰੇ ਮਨ ਓਟ ਲਿਹੋ ਹਰਨਾਮਾ। ਹੇ ਮੇਰੇ ਪਿਆਰੇ ਮਨਾ, ਤੂੰ ਵਾਹਿਗੁਰੂ ਦੇ ਨਾਮ ਦੀ ਓਟ ਲੈ, ਪਰਮੇਸ਼ਰ ਦੇ ਨਾਮ ਦਾ ਆਸਰਾ ਲੈ। ਹੋਰ ਸਾਰੇ ਆਸਰੇ ਜਿਹੜੇ ਤੂੰ ਆਪਣੇ ਮਨ ਦੇ ਅੰਦਰ ਵਸਾਏ ਹੋਏ ਹੈ, ਮਨ ਕਰਕੇ ਟੇਕ ਰੱਖਦਾ ਹੈ ਨਾ, ਮਹਾਰਾਜ ਕਹਿੰਦੇ ਹੈ ਇਹ ਸਾਰੇ ਆਸਰੇ ਰੇਤ ਦੀ ਕੰਧ ਵਾਂਗ ਕਿਰ ਜਾਣ ਵਾਲੇ ਹੈ, ਕਦੇ ਤੇਰੀ ਸਹਾਇਤਾ ਨਹੀਂ ਹੋ ਸਕੇਗੀ। ਇਸ ਕਰਕੇ हे ਪਿਆਰੇ ਮਨਾ, ਤੂੰ ਇਹ ਝੂਠੇ ਆਸਰੇ ਛੱਡ ਦੇ। ਸੰਸਾਰ ਦੇ ਜਿਹੜੇ ਮਿੱਤਰ ਸੰਬੰਧੀ ਹੈ, ਮਹਾਰਾਜ ਕਹਿੰਦੇ ਨੇ ਸੰਸਾਰ ਹੈ ਕਿ ਮਿੱਤਰ ਭਾਈ, ਇਹ ਜਿੰਨੇ ਵੀ ਸੰਸਾਰ ਦੇ ਅੰਦਰ ਮਿੱਤਰ ਨੇ, ਭਾਈ ਨੇ, ਮਹਾਰਾਜ ਜੀ ਨੇ ਕਿਹਾ ਇਹ ਸਭ ਆਪਣੇ ਸਵਾਏ ਮਿਲਾਸਾ। ਇਹ ਸਾਰੇ ਆਪਣੇ ਸਵਾਰਥ ਕਰਕੇ ਤੇਰੇ ਨਾਲ ਮਿਲਦੇ ਹੈ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਮੇਰੇ ਮਨ ਹਰ ਉੱਪਰ ਕੀਜੈ ਪ੍ਰਵਾਸਾ। ਵਾਹਿਗੁਰੂ ਦੇ ਉੱਤੇ ਭਰੋਸਾ ਕਰ, ਪਰਮੇਸ਼ਰ ਦੀ ਟੇਕ ਲੈ, ਵਾਹਿਗੁਰੂ ਦੀ ਓਟ ਲੈ। ਤੂੰ ਝੂਠੀਆਂ ਟੇਕਾਂ ਧਾਰੀਆਂ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਕਿਵੇਂ ਆਸਰਾ ਲਈਦਾ ਹੈ? ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਵੇਂ ਅੰਨੇ ਨੂੰ ਡੰਗੋਰੀ ਦਾ ਆਸਰਾ ਹੁੰਦਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਇਵੇਂ ਆਸਰਾ ਲੈ। ਜਿਵੇਂ ਪੁੱਤਰ ਨੂੰ ਮਾਤਾ ਦੇ ਦੁੱਧ ਦਾ ਆਸਰਾ ਹੁੰਦਾ ਹੈ ਨਾ, ਇਵੇਂ ਆਸਰਾ ਲੈ। ਤੇ ਜਿਵੇਂ ਨਿਰਧਨ ਦਾ ਆਸਰਾ ਧਨ ਹੁੰਦਾ ਹੈ ਨਾ, ਇਵੇਂ ਵਾਹਿਗੁਰੂ ਦਾ ਆਸਰਾ ਲੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਵੇਂ ਅੰਨਾ ਡੰਗੋਰੀ ਦੇ ਆਸਰੇ ਪਾਰ ਹੋ ਜਾਂਦਾ ਹੈ ਨਾ, ਤੇ ਇਉਂ ਕਹਿ ਮਹਾਰਾਜ ਮੈਂ ਅੰਧਲੇ, ਮੇਰੇ ਅੰਧਲੇ ਦੀ ਮਹਾਰਾਜ ਆਪ ਦੇ ਨਾਮ ਦੀ ਟੇਕ ਦੀ ਟੋਣੀ ਹੈ, ਆਪ ਦੇ ਨਾਮ ਦੀ ਡੰਗੋਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਰਸਤਾ ਦਿਖਾਓ। ਫਿਰ ਕੀਤਾ ਹੋਇਆ ਵਾਹਿਗੁਰੂ ਮੰਤਰ ਦਾ ਸਿਮਰਨ ਸੰਸਾਰ ਦੇ ਅੰਦਰ ਪਰਮਾਰਥ ਦਾ ਰਾਹ ਵਿਖਾਉਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਨਾਮ ਦੀ ਟੇਕ ਲੈਣ ਦੀ ਜਿਹੜੀ ਆ ਉਹ ਸਿੱਖਿਆ ਦਿੰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਕਹਿ ਵਾਹਿਗੁਰੂ ਦੇ ਅੱਗੇ ਅਰਦਾਸ ਕਰ, ਸੱਚੇ ਪਾਤਸ਼ਾਹ ਤੂੰ ਕਰੀਮ ਹੈ, ਰਹੀਮ ਹੈ। ਮਹਾਰਾਜ ਕਿਰਪਾ ਕਰਕੇ ਮੇਰੇ ਤੇ ਰਹਿਮਤ ਕਰ ਦਿਓ, ਮੇਰੇ ਤੇ ਆਪਣੀ ਕਰਮ ਬਖਸ਼ੀ ਕਰੋ, ਮੈਨੂੰ ਮਹਾਰਾਜ ਆਪਣਾ ਆਸਰਾ ਦਿਓ। ਤੇ ਸਤਿਗੁਰੂ ਜੀ ਕਹਿੰਦੇ ਜੇ ਤੂੰ हे ਮੇਰੇ ਪਿਆਰੇ ਮਨਾ ਵਾਹਿਗੁਰੂ ਦੀ ਓਟ ਲਏਂਗਾ ਤੇ ਨਾਮ ਜਪੇਂਗਾ ਤੇ ਫਿਰ ਕੀ ਪ੍ਰਾਪਤ ਹੋਵੇਗਾ? ਜਾ ਕੇ ਸਿਮਰਨ ਦੁਰਮਤ ਨਾਸੈ। ਜਿਸ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਤੇਰੀ ਸਾਰੀ ਖੋਟੀ ਮਤ ਨਾਸ਼ ਹੋ ਜਾਵੇਗੀ। ਜਿਸ ਖੋਟੀ ਮਤ ਕਰਕੇ ਤੇ ਤੇਰੇ ਅੰਦਰ ਸ਼ੰਕੇ ਪਏ ਰਹਿੰਦੇ ਆ, ਜਿਸ ਖੋਟੀ ਮਤ ਕਰਕੇ ਤੇਰੇ ਅੰਦਰ ਵਿਰੋਧੀ ਭਾਵ ਜਿਹੜਾ ਹਰ ਵੇਲੇ ਭਾਸਦਾ ਰਹਿੰਦਾ, ਸਤਬੁੱਧੀ ਤੈਨੂੰ ਪ੍ਰਾਪਤ ਨਹੀਂ ਹੁੰਦੀ, ਭਜਨ ਵਾਲੀ ਮਤ ਨਹੀਂ ਆਉਂਦੀ, ਗੁਰੂ ਸਾਹਿਬ ਦੀ ਸਿੱਖਿਆ ਵਾਲੀ ਮਤ ਨਹੀਂ ਆਉਂਦੀ, ਉਹਦਾ ਕਾਰਨ ਇਹ ਹੈ ਕਿ ਅੰਦਰ ਦੁਰਮਤ ਖੋਟੀ ਬੁੱਧ ਹੈ। ਹਰ ਗੱਲ ਦੇ ਉੱਤੇ ਤਰਕ ਤੇਰੇ ਮਨ ਦੇ ਅੰਦਰ ਪੈਦਾ ਹੁੰਦੀ ਹੈ, ਭਾਵੇਂ ਕਿ ਬਾਹਰੋਂ ਸੰਸਾਰ ਦੇ ਅੰਦਰ ਤੂੰ ਉਸ ਗੱਲ ਨੂੰ ਜ਼ਾਹਰ ਨਹੀਂ ਕਰਦਾ। ਹਾਂ ਤਰਕ ਹੁੰਦੀ ਹੈ,
ਸੰਸਾਰ ਦੇ ਝੂਠੇ ਪਦਾਰਥਾਂ ਦੇ ਅੰਦਰ ਗੁਰੂ ਕੀ ਮੱਤ ਨਾਲ ਉਹਨਾਂ ਨੂੰ ਫਿਰ ਵਾਚ ਲੈਣਾ ਚਾਹੀਦਾ ਤੇ ਉਹਨਾਂ ਦੇ ਅੰਦਰ ਤਰਕ ਕਰਕੇ ਸੱਚ ਨੂੰ ਗ੍ਰਹਿਣ ਕਰਨਾ ਚਾਹੀਦਾ ਤੇ ਝੂਠ ਦਾ ਤਿਆਗ ਕਰ ਦੇਣਾ ਚਾਹੀਦਾ। ਪਰ ਤੇਰੀ ਤਾਂ ਤਰਕ ਹਰ ਵੇਲੇ ਨਾਸਤਕਾਂ ਵਾਲੀ ਹੈ। ਤੂੰ ਝੂਠੇ ਸੰਸਾਰ ਨੂੰ ਦਲੀਲਬਾਜ਼ੀ ਵਿੱਚ ਗ੍ਰਹਿਣ ਕਰਦਾ ਤੇ ਪਰਮਾਰਥ ਦੇ ਰਾਹ ਦਾ ਤਿਆਗ ਕਰਦਾ। ਵਾਹਿਗੁਰੂ ਦੀ ਸ਼ਕਤੀ ਤੋਂ ਮੁਨਕਰ ਹੈ, ਉਹ ਕਰਾਮਾਤ ਕਹਿ ਕੇ ਇਉਂ ਤੂੰ ਛੱਡ ਦਿੰਦਾ ਹੈ। ਵਾਹਿਗੁਰੂ ਦੀ ਜੋ ਸ਼ਕਤੀ ਵਰਤ ਰਹੀ ਹੈ ਨਾ, ਇਹ ਪ੍ਰਤੱਖ ਰੂਪ ਵਿੱਚ ਕਰਾਮਾਤ ਹੀ ਹੈ। ਜਿਹੜੀ ਚੀਜ਼ ਵੱਲ ਮਰਜ਼ੀ ਵੇਖ ਲੈ, ਉਹ ਤੇਰੀ ਸਮਝ ਤੋਂ ਪਰਾਂ ਹੀ ਹੈ। ਤੂੰ ਸੋਚਦਾ ਹੈ ਕਿ ਮੈਨੂੰ ਸਮਝ ਪੈ ਰਹੀ ਹੈ। ਜੇ ਤੈਨੂੰ ਸਮਝ ਪੈ ਰਹੀ ਹੈ ਤਾਂ ਦੱਸ ਸਰੀਰ ਦੇ ਅੰਦਰ ਸਵਾਸ ਕਿਵੇਂ ਟਿਕੇ ਹੋਏ ਹੈ? ਇਹ ਵਾਹਿਗੁਰੂ ਨੇ ਆਪਣੀ ਸੱਤਾ ਨਾਲ ਟਿਕਾਏ ਹੋਏ ਹੈ। ਤੂੰ ਸੋਚਦਾ ਹੈ ਕਿ ਐਵੇਂ ਮਰਜ਼ੀ ਨਾਲ ਚੱਲ ਰਹੇ ਹੈ। ਨਹੀਂ, ਇਹ ਵਾਹਿਗੁਰੂ ਨੇ 9 ਦੁਆਰੇ ਪ੍ਰਗਟ ਕਰਕੇ 10ਵਾਂ ਗੁਪਤ ਰੱਖ ਕੇ ਤੇ ਹਵਾ ਦਾ ਥੰਮਲਾ ਦੇ ਕੇ ਸਵਾਸਾਂ ਦੇ ਆਸਰੇ ਤੇ ਇਸ ਦੇਹ ਨੂੰ ਟਿਕਾਇਆ ਹੋਇਆ ਹੈ। ਦੇਹੀ ਦੇ ਅੰਦਰ ਜੋ ਕੁਝ ਹੈ ਸਭ ਕੁਝ ਪਰਮੇਸ਼ਰ ਦੀ ਸੱਤਾ ਨਾਲ ਹਰਕਤ ਵਿੱਚ ਆਉਂਦਾ ਹੈ। ਤੇਰੀ ਸਮਝ ਤੋਂ ਪਰੇ ਹੈ। ਤੂੰ ਆਪਣੀ ਸਮਝ ਦੇ ਨਾਲ ਦਲੀਲਬਾਜ਼ੀਆਂ ਕਰਦਾ ਸੰਸਾਰ ਨੂੰ ਜਿਹੜਾ ਹੈ ਉਹ ਸੱਤ ਵਿਖਾਉਣਾ ਚਾਹੁੰਦਾ। ਤੇਰਾ ਮਨ ਜਿਸ ਵਾਹਿਗੁਰੂ ਦਾ ਤੈਨੂੰ ਸਪਰਸ਼ ਤੱਕ ਨਹੀਂ ਸੁਣਦਾ ਹੈ, ਤਰਕ ਪੈਦਾ ਕਰਦਾ ਹੈ ਕਿ ਕਿੱਥੇ ਹੈ ਪਰਮੇਸ਼ਰ। ਇਉਂ ਤੇਰੇ ਮਨ ਦੇ ਅੰਦਰ ਤਰਕਾਂ ਪੈਦਾ ਹੁੰਦੀਆਂ। ਉਹਦਾ ਕਾਰਨ ਇੱਕੋ ਹੀ ਹੈ ਕਿ ਖੋਟੀ ਹੈ ਮੱਤ ਅੰਦਰ। ਖੋਟੀ ਮੱਤ ਕਰਕੇ ਜਿਹੜਾ ਨਹੀਂ ਰਹਿਣ ਵਾਲਾ ਸੰਸਾਰ ਉਹ ਤੈਨੂੰ ਸੱਚਾ ਪ੍ਰਤੀਤ ਹੁੰਦਾ ਹੈ ਤੇ ਜੋ ਸਦੀਵ ਰਹਿਣ ਵਾਲਾ ਪਰਮੇਸ਼ਰ ਹੈ ਉਹ ਤੈਨੂੰ ਝੂਠਾ ਪ੍ਰਤੀਤ ਹੁੰਦਾ ਹੈ। ਫਿਰ ਖੋਟੀ ਮੱਤ ਕਰਕੇ ਇਹ ਜਿਹੜੀ ਦੁਰ ਮੱਤ, ਦੁਰ ਤੋਂ ਭਾਵ ਹੁੰਦਾ ਭੈੜੀ ਮੱਤ ਹੈ। ਕਰਦਾ ਤਾਂ ਤੂੰ ਸੰਗਤ, ਬਾਹਰੋਂ ਤੂੰ ਧਰਮੀ, ਪਰ ਅੰਦਰ ਤੇਰੀ ਸ਼ਕਲ ਬਹੁਤ ਮਾੜੀ ਹੈ। ਬੜਾ ਚਿੱਤ ਵਿਕਾਰੀ ਹੈ। ਬੜਾ ਤੇਰੇ ਅੰਦਰ ਪਦਾਰਥਾਂ ਦਾ ਲੋਭ ਵੀ ਹੈ, ਸਰੀਰਾਂ ਦਾ ਮੋਹ ਵੀ ਹੈ। ਹੁਣ ਤੇਰਾ ਅੰਦਰਲਾ ਸਰੂਪ ਜਿਹੜਾ ਹੈ ਨਾ, ਅੰਦਰਲਾ ਚਿਹਰਾ, ਇਹ ਬੜਾ ਦੁਰ ਭੈੜਾ ਹੈ। ਕਿਉਂਕਿ ਮਤ ਨਹੀਂ ਨਾ ਚੰਗੀ, ਜਿਸ ਕਰਕੇ ਕਿ ਧਰਮੀ ਹੈ ਭਾਵੇਂ ਬਾਹਰੋਂ, ਪਰ ਤੇਰੇ ਅੰਦਰਲੀ ਹਾਲਤ ਬੜੀ ਡਾਵਾਂ ਡੋਲ ਹੈ। ਅੰਦਰੋਂ ਵਿਕਾਰਾਂ ਦਾ ਖਾਧਾ ਹੋਇਆ ਮਨ ਤੇ ਹਰੇਕ ਗੱਲ ਦੇ ਅੰਦਰ ਤੈਨੂੰ ਜਿਹੜੀ ਹੈ ਉਹ ਤਰਕ ਉੱਠਦੀ ਹੈ ਤੇ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਇਹ ਦੁਰਮਤ ਕਰੀ ਰੱਖਦੀ ਹੈ। ਵਾਹਿਗੁਰੂ ਵਿੱਚ ਭਰੋਸਾ ਨਹੀਂ ਆਉਣ ਦਿੰਦੀ। ਪਰ ਜੇ ਕਰਕੇ ਤੂੰ ਓਟ ਲੈਣੀ ਹੈ ਨਾ ਤੇ ਫਿਰ ਸਿਮਰਨ ਕਰ, ਵਾਹਿਗੁਰੂ ਜੀ ਦਾ ਨਾਮ ਜਪ। ਵਾਹਿਗੁਰੂ ਵਾਹਿਗੁਰੂ ਜਦੋਂ ਤੂੰ ਜਪੇਂਗਾ, ਮਹਾਰਾਜ ਕਹਿੰਦੇ ਫਿਰ ਜਾ ਕੇ ਸਿਮਰਨ ਦੁਰਮਤ ਨਾਸੈ। ਇਹ ਤੇਰੇ ਅੰਦਰ ਜਿਹੜੀ ਖੋਟੀ ਮੱਤ ਹੈ ਨਾ, ਭੈੜੀ ਮੱਤ, ਇਹ ਸਿਮਰਨ ਕਰਨ ਨਾਲ ਨਾਸ਼ ਹੋਵੇਗੀ। ਤੇ ਜਦੋਂ ਸਿਮਰਨ ਕਰਨ ਨਾਲ ਇਹ ਨਾਸ਼ ਹੋ ਗਈ, ਤੈਨੂੰ ਵਾਹਿਗੁਰੂ ਦੀ ਓਟ ਪ੍ਰਤੀਤ ਹੋਣ ਲੱਗ ਜਾਣੀ ਹੈ। ਫਿਰ ਤੈਨੂੰ ਮਹਿਸੂਸ ਹੋਣ ਲੱਗ ਜਾਣਾ ਕਿ ਐਸੀ ਸ਼ਕਤੀ ਹੈ ਜਿਹੜੀ ਮੈਨੂੰ ਸੱਤਾ ਦੇ ਰਹੀ ਹੈ, ਮੈਨੂੰ ਆਸਰਾ ਦੇ ਰਹੀ ਹੈ, ਮੇਰੇ ਪ੍ਰਾਣਾਂ ਦਾ ਆਧਾਰ ਹੈ। ਇਹ ਤੈਨੂੰ ਉਸ ਸਮੇਂ ਭੇਦ ਪਤਾ ਲੱਗੇਗਾ ਜਦੋਂ ਤੇਰੀ ਦੁਰਮਤ ਨਾਸ਼ ਹੋਈ। ਖੋਟੀ ਬੁੱਧੀ ਜਦੋਂ ਨਾਸ਼ ਹੋਵੇਗੀ, ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਹੈ ਮੇਰੇ ਪਿਆਰੇ ਮਨਾ, ਤੂੰ ਵਾਹਿਗੁਰੂ ਦੇ ਨਾਮ ਦੀ ਓਟ ਲੈਣਾ ਕਰ। ਜਦੋਂ ਲਏਂਗਾ ਓਟ, ਫਿਰ ਸਿਮਰਨ ਦੇ ਬਲ ਨਾਲ ਤੇਰੀ ਭੈੜੀ ਮੱਤ ਨਾਸ਼ ਹੋ ਜਾਏਗੀ। ਤੈਨੂੰ ਗੁਰੂ ਮੱਤ ਦੀ ਦਾਤ ਪ੍ਰਾਪਤ ਹੋਵੇਗੀ। ਪਾਵਹਿ ਪਦ ਨਿਰਬਾਨਾ, ਜਿਹੜਾ ਦੁੱਖਾਂ ਤੋਂ ਰਹਿਤ ਪਦਵੀ ਹੈ ਨਾ, ਜਿਹੜੀ ਨਿਰਬਾਣ ਕਹਿੰਦੇ ਆ ਦੁੱਖ ਨੂੰ। ਦੁੱਖਾਂ ਤੋਂ ਰਹਿਤ ਪਦਵੀ ਕਿਹੜੀ ਹੈ? ਬ੍ਰਹਮ ਗਿਆਨ ਦੀ ਪਦਵੀ, ਜਿੱਥੇ ਦੁੱਖ ਨਹੀਂ ਆ ਕਰਕੇ ਲੱਗ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਉੱਥੇ ਕੋਈ ਦੂਸਰਾ ਪਹੁੰਚ ਕੇ ਦੁੱਖ ਤਕਲੀਫ ਉੱਥੇ ਪਹੁੰਚ ਨਹੀਂ ਸਕਦੇ ਆ ਕਰਕੇ।
ਮਹਾਰਾਜ ਕਹਿੰਦੇ ਉਹ ਨਿਰਵਾਣ ਪਦਵੀ ਜਿਹੜੀ ਹੈ ਨਾ, ਦੁੱਖਾਂ ਤੋਂ ਰਹਿਤ ਪਦਵੀ, ਉਹ ਪ੍ਰਾਪਤ ਹੋ ਜਾਂਦੀ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਇਸ ਪ੍ਰਕਾਰ ਬਾਣ ਕਹਿੰਦੇ ਹੈ ਆਦਤ ਨੂੰ, ਆਦਤਾਂ ਵੀ ਜਿਹੜੀਆਂ ਭੈੜੀਆਂ ਨਾ ਉਹ ਛੁੱਟ ਜਾਂਦੀਆਂ ਨੇ, ਤੇ ਉਹ ਪਦਵੀ ਪ੍ਰਾਪਤ ਹੁੰਦੀ ਹੈ ਕਿ ਸਾਰੀਆਂ ਭੈੜੀਆਂ ਆਦਤਾਂ ਛੁੱਟ ਕੇ ਵਾਹਿਗੁਰੂ ਦੇ ਵਿੱਚ ਜਾ ਕਰਕੇ ਅਭੇਦ ਹੋ ਜਾਈਦਾ ਹੈ। ਨਿਰਵਾਣ ਇੱਕ ਰਸ ਰਹਿਣ ਵਾਲੀ ਸਹਿਜ ਦੀ ਪਦਵੀ, ਗਿਆਨ ਦੀ ਪਦਵੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਾਪਤ ਕਰ ਲਈਦੀ ਹੈ। ਕਿਵੇਂ? ਜੇਕਰ ਕਿ ਨਾਮ ਦੀ ਓਟ ਲਈਏ ਤਾਂ। ਇਸ ਕਰਕੇ ਮਹਾਰਾਜ ਨੇ ਕਿਹਾ, ਰੇ ਮਨ ਓਟ ਲਿਹੋ ਹਰ ਨਾਮਾ। ਹੇ ਮੇਰੇ ਪਿਆਰੇ ਮਨਾ, ਤੂੰ ਵਾਹਿਗੁਰੂ ਦੀ ਓਟ ਲੈ, ਪਰਮੇਸ਼ਰ ਦੀ ਓਟ ਲੈ। ਜਿਨ੍ਹਾਂ ਜਿਨ੍ਹਾਂ ਨੇ ਓਟ ਲਈ ਹੈ ਵਾਹਿਗੁਰੂ ਦੀ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਆਪਣੀ ਬਾਣੀ ਵਿੱਚ ਮਹਾਰਾਜ ਜੀ ਜ਼ਿਕਰ ਕੀਤਾ। ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਨਗੇ ਕਿ ਭਾਈ ਜਿਨ੍ਹਾਂ ਨੇ ਓਟ ਲਈ ਉਹਨਾਂ ਦੀ ਕਿਵੇਂ ਮੇਰੇ ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਕੀ ਹੈ ਕਿ ਤੂੰ ਮਨ ਕਰਕੇ ਓਟ ਨਹੀਂ ਲੈਂਦਾ ਹੈ, ਬਾਹਰੋਂ ਤੇਰੇ ਜਿਹੜੇ ਵਰਤ ਵਿਹਾਰ ਹੈ ਉਹਨਾਂ ਵਿੱਚ ਵੀ ਪ੍ਰਤੀਤ ਹੁੰਦਾ ਹੈ ਕਿ ਤੈਨੂੰ ਪਰਮੇਸ਼ਰ ਦੀ ਓਟ ਨਹੀਂ ਹੈ। ਤੂੰ ਕਹਿਣ ਮਾਤਰ ਹੀ ਕਹਿਣਾ ਹੈ, ਪਰ ਤੇਰੇ ਮਨ ਦੇ ਅੰਦਰ ਵਾਹਿਗੁਰੂ ਦਾ ਆਸਰਾ ਨਹੀਂ ਤੂੰ ਗ੍ਰਹਿਣ ਕੀਤਾ। ਇਸ ਕਰਕੇ ਜੋ ਤੈਨੂੰ ਮਹਾਰਾਜ ਸਾਹਿਬ ਜੀ ਦੇ ਸਰੂਪ ਦਾ ਸਪਰਸ਼ ਨਹੀਂ ਮਿਲਦਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹੇ ਮੇਰੇ ਮਨਾ ਤੂੰ ਓਟ ਲੈ ਨਿਰੰਕਾਰ ਦੇ ਨਾਮ ਦੀ, ਜਿਸ ਦੇ ਸਿਮਰਨ ਕਰਨ ਨਾਲ ਖੋਟੀ ਮਤ ਨਾਸ਼ ਹੋ ਜਾਏਗੀ, ਵਕਾਰਾਂ ਵਾਲੀ। ਵਕਾਰ ਨਹੀਂ ਤੈਨੂੰ ਸਤਾਉਣਗੇ, ਫਿਰ ਭੈੜੇ ਖਿਆਲ ਨਹੀਂ, ਫੁਰਨੇ ਨਹੀਂ ਆਉਣਗੇ। ਫਿਰ ਜਦੋਂ ਸਿਮਰਨ ਦਾ ਪ੍ਰਵਾਹ ਪਾਈਏ ਨਾ ਬਿਰਤੀ ਦੇ ਅੰਦਰ, ਤੇ ਸਿਮਰਨ ਇਹੋ ਜੀ ਸ਼ਕਤੀ ਹੈ ਕਿ ਸਿਮਰਨ ਦੇ ਚੱਕਰ ਦੇ ਨਾਲ ਨਾ ਫਿਰ ਜਿਹੜਾ ਫੁਰਨਿਆਂ ਦਾ ਚੱਕਰ ਚੱਲ ਰਿਹਾ ਇਹ ਕੱਟਿਆ ਜਾਂਦਾ ਹੈ, ਇਹ ਨਾਸ਼ ਹੋ ਜਾਂਦਾ ਅੰਦਰੋਂ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੁੱਖਾਂ ਤੋਂ ਰਹਿਤ ਪਦਵੀ ਜਿਹੜੀ ਹੈ ਉਹਨੂੰ ਫਿਰ ਪ੍ਰਾਪਤ ਕਰਕੇ ਨਿਹਾਲ ਹੋਵੇਂਗਾ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਵਡ ਭਾਗੀ ਤਿਹ ਜਨ ਕੋ ਜਾਨਹੁ। ਮਹਾਰਾਜ ਕਹਿੰਦੇ ਤਿਸ ਜਨ ਪਿਆਰੇ ਦੇ ਤਾਈ ਵੱਡਿਆਂ ਭਾਗਾਂ ਵਾਲਾ ਭਾਈ ਗੁਰਮੁਖੋ ਜਾਣਨਾ ਕਰੋ। ਜੋ ਹਰ ਕੇ ਗੁਣ ਗਾਵੇ। ਜੋ ਮੇਰੇ ਹਰੀ ਦੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਮਹਾਰਾਜ ਕਹਿੰਦੇ ਉਹ ਤਾਂ ਵੱਡਿਆਂ ਭਾਗਾਂ ਵਾਲਾ ਏ ਜਿਹਨੂੰ ਵਾਹਿਗੁਰੂ ਦੇ ਗੁਣ ਗਾਉਣ ਦੀ ਦਾਤ ਪ੍ਰਾਪਤ ਹੋਈ ਹੈ। ਨਾਮ ਨਾਲ ਜਿਹਦਾ ਪ੍ਰੇਮ ਪੈ ਗਿਆ ਹੈ ਤੇ ਬੜੀ ਪ੍ਰੀਤ ਨਾਲ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਬੜ ਭਾਗੀ ਤੇ ਜਨ ਕੋ ਜਾਨੋ। ਜਾਣਨਾ ਕਰੋ ਕਿ ਉਹ ਜਨ ਪਿਆਰਾ ਬੜਾ ਹੀ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਏ। ਜਨਮ ਜਨਮ ਕੇ ਪਾਪ ਖੋਏ ਕੈ। ਮਹਾਰਾਜ ਉਹਨੂੰ ਫਲ ਕੀ ਮਿਲਦਾ ਏ? ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਪਾਪ ਉਹਦੇ ਨਾਸ਼ ਹੋ ਜਾਂਦੇ ਆ ਵਾਹਿਗੁਰੂ ਮੰਤਰ ਦਾ ਸਿਮਰਨ ਕਰਨ ਨਾਲ, ਹਰੀ ਦਾ ਨਾਮ ਜਪਣੇ ਨਾਲ। ਜਨਮ ਜਨਮ ਕੇ ਪਾਪ ਖੋਏ ਕੈ। ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਜਿਹੜੇ ਐ, ਜਿਹੜੇ ਅਧੋਗਤੀ ਨੂੰ ਪਹੁੰਚਾ ਰਹੇ ਸੀ, ਪਿੱਛਾ ਹੀ ਨਹੀਂ ਸੀ ਛੱਡਦੇ। ਸਿਮਰਨ ਦੀ ਇਹੋ ਜੀ ਬਰਕਤ ਹੋਈ, ਇਹੋ ਜਿਹਾ ਸਿਮਰਨ ਦਾ ਮਹਾਰਾਜ ਕਹਿੰਦੇ ਪ੍ਰਤਾਪ ਵਰਤਿਆ ਕਿ ਇੱਕ ਜਨਮ ਦੇ ਨਹੀਂ, ਜਨਮਾਂ ਜਨਮਾਂਤਰਾਂ ਦੇ ਪਾਪ ਜਿਹੜੇ ਆ ਉਹ ਨਾਸ਼ ਹੋ ਜਾਂਦੇ ਆ। ਫੁਨ ਬੈਕੁੰਠ ਸਿਧਾਵੈ। ਫੁਨ ਬੜੋ ਕਿਸੇ ਹੋਰ ਪਾਸੇ ਨਹੀਂ ਜਾਂਦਾ, ਫੁਨ ਬੈਕੁੰਠ ਸਿਧਾਵੈ। ਫਿਰ ਮਹਾਰਾਜ ਕਹਿੰਦੇ ਭਾਈਓ ਬੈਕੁੰਠ ਸੱਚਖੰਡ ਨੂੰ ਸਿਧਾਵੈ ਜਾਂਦਾ ਹੈ। ਸੱਚਖੰਡ ਵਿੱਚ ਉਹਦੀ ਪਹੁੰਚ ਹੋ ਜਾਂਦੀ ਹੈ, ਵਾਹਿਗੁਰੂ ਦੇ ਸਰੂਪ ਵਿੱਚ ਉਹ ਅਭੇਦ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਿਮਰਨ ਕਰਦਾ, ਜਿਹੜਾ ਨਾਮ ਜਪਦਾ ਹੈ, ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਰੇ ਮਨ ਓਟ ਲਿਹੋ ਹਰ ਨਾਮਾ। ਹੇ ਮੇਰੇ ਮਨਾ, ਤੂੰ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ ਲੈ, ਪਰਮੇਸ਼ਰ ਦੇ ਨਾਮ ਦਾ ਆਸਰਾ ਗ੍ਰਹਿਣ ਕਰ ਲੈ। ਕਿਉਂਕਿ ਜਿਨੇ ਜਿਨੇ ਨਾਮ ਜਪਿਆ ਨਾ,
ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਵੱਡਿਆਂ ਭਾਗਾਂ ਵਾਲੇ ਜਾਣਨਾ ਕਰੋ, ਕਿਉਂਕਿ ਉਹ ਜਨਮ ਜਨਮ ਕੇ ਪਾਪ ਖੋਏ ਕੈ, ਜਨਮਾਂ ਜਨਮਾਂ ਦੇ ਆਪਣੇ ਪਾਪਾਂ ਨੂੰ ਗਵਾ ਕਰਕੇ ਨਾਸ਼ ਕਰਕੇ ਫੁਨ ਬੈਕੁੰਠ ਸਿਧਾਵੈ। ਫਿਰ ਬੈਕੁੰਠ ਨੂੰ ਸੱਚਖੰਡ ਨੂੰ ਮਹਾਰਾਜ ਕਹਿੰਦੇ ਭਾਈ ਜਾਂਦੇ ਐ। ਜਦੋਂ ਦੇਹ ਦੀ ਪਰਰਬਦ ਪੂਰੀ ਹੋ ਜਾਂਦੀ ਹੈ, ਦੇਹ ਨੂੰ ਛੱਡ ਦਿੰਦੇ ਐ, ਫਿਰ ਹੋਰ ਕਿਸੇ ਦੇਸ਼ ਨੂੰ ਉਹਨਾਂ ਦੇ ਪ੍ਰਾਣ ਗਵਨ ਨਹੀਂ ਕਰਦੇ। ਉਹ ਮਹਾਰਾਜ ਕਹਿੰਦੇ ਕਿਸੇ ਹੋਰ ਥਾਂ ਨਹੀਂ ਜਾਂਦੇ, ਕਿਉਂਕਿ ਜਿਸ ਵਾਹਿਗੁਰੂ ਨੂੰ ਚੇਤੇ ਕਰਦੇ ਆ ਨਾ, ਉਸੇ ਵਾਹਿਗੁਰੂ ਦੇ ਦੇਸ਼ ਵਿੱਚ ਫਿਰ ਚਲੇ ਜਾਂਦੇ ਐ, ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਂਦੇ ਐ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਭਾਈ ਸੱਚਖੰਡ ਨੂੰ ਚਲੇ ਜਾਂਦੇ ਐ। ਅਜਾਮਲ ਕਉ ਅੰਤ ਕਾਲ ਮਹਿ। ਸੱਚੇ ਪਾਤਸ਼ਾਹ ਮਹਾਰਾਜ ਨਾਮ ਦੀ ਕਿੱਡੀ ਵੱਡੀ ਕਰਾਮਾਤ ਹੈ। ਇਹ ਪ੍ਰਤੱਖ ਕਰਾਮਾਤ ਮਹਾਰਾਜ ਦੱਸਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਅਜਾਮਲ ਸੀ ਸਿੱਖੋ, ਵੇਖੋ ਉਹ ਸਾਰੀ ਉਮਰ ਭਜਨ ਨਹੀਂ ਸੀ ਕਰ ਸਕਿਆ, ਤੇ ਬਹੁਤ ਅਜਾਮਲ ਨੇ ਪਾਪ ਕੀਤੇ ਸੀ। ਤੇ ਉਹ ਪਾਪੀ ਆਪਣੇ ਆਪ ਵਿੱਚ ਹੀ ਨਹੀਂ ਸੀਗਾ, ਕਈ ਤੇ ਪਾਪ ਛੁਪਾ ਕੇ ਰੱਖਦੇ ਆ ਨਾ, ਬਾਹਰ ਜਗਤ ਵਿੱਚ ਲੱਗਦਾ ਕਿ ਧਰਮਾਤਮਾ ਨੇ, ਪਰ ਅਜਾਮਲ ਤਾਂ ਇਹੋ ਜਿਹਾ ਪਾਪੀ ਸੀ। ਅਜਾਮਲ ਪਾਪੀ ਜਗ ਜਾਣੈ, ਜਿਹਨੂੰ ਸਾਰਾ ਜਗਤ ਹੀ ਜਾਣਦਾ ਸੀ ਕਿ ਉਹ ਤਾਂ ਬੜਾ ਪਾਪੀ ਹੈ। ਸਤਿਗੁਰੂ ਜੀ ਕਹਿੰਦੇ ਅਜਾਮਲ ਕੋ ਅੰਤ ਕਾਲ ਮੈਂ, ਜਦੋਂ ਅੰਤ ਦਾ ਕਾਲ ਉਹਦਾ ਸਮਾਂ ਆਇਆ ਨਾ, ਮੌਤ ਦਾ ਵਕਤ ਆਇਆ, ਤੇ ਅੰਤ ਕਾਲ ਦੇ ਸਮੇਂ ਵਿੱਚ ਮਰਨ ਲੱਗਿਆ ਅਜਾਮਲ ਨੂੰ ਨਾਰਾਇਣ ਸੁਧ ਆਈ। ਨਾਰਾਇਣ ਜੋ ਸਾਰਿਆਂ ਨਰਾਂ ਵਿੱਚ ਆਇਆ ਹੋਇਆ ਨਾ, ਨਾਰਾਇਣ ਜਿਹਦੇ ਅੰਦਰ ਨਹੀਂ ਹੈ ਅਵਿਦਿਆ ਰੂਪੀ ਰਾਇਣ ਰਾਤ, ਐਸਾ ਜੋ ਪਰਮੇਸ਼ਰ ਹੈ ਉਹਦੀ ਗਿਆਤ ਹੋ ਗਈ। ਜਦੋਂ ਅਜਾਮਲ ਨੇ ਪ੍ਰੇਮ ਵਿੱਚ ਆ ਕਰਕੇ ਕਿਹਾ ਨਾਰਾਇਣ, ਉਸ ਸਮੇਂ ਅਜਾਮਲ ਦੇ ਅੰਦਰ ਐਸਾ ਵਿਸਮਾਦ ਪ੍ਰਗਟ ਹੋਇਆ, ਨੇਤਰਾਂ ਵਿੱਚੋਂ ਅਜਾਮਲ ਦੇ ਨੀਰ ਵਹਿਣ ਲੱਗ ਪਿਆ। ਨਿਰੰਕਾਰ ਨੂੰ ਉਸੇ ਵੇਲੇ ਹੀ ਅਜਾਮਲ ਦੀ ਇਹ ਪ੍ਰੀਤ ਨੇ ਖਿੱਚ ਮਾਰੀ। ਸੱਚੇ ਪਾਤਸ਼ਾਹ ਅੰਤਰਜਾਮੀ ਨੇ ਵੇਖਿਆ ਕਿ ਆਪਣੇ ਪੁੱਤਰ ਨੂੰ ਨਹੀਂ ਬੁਲਾਉਂਦਾ, ਹੁਣ ਇਹ ਸਾਨੂੰ ਬੁਲਾਉਂਦਾ ਹੈ। ਅਜਾਮਲ ਕਉ ਅੰਤ ਕਾਲ ਮੈਂ, ਅੰਤ ਦਾ ਸਮਾਂ ਸੀ, ਜਦੋਂ ਸਵਾਸ ਨਿਕਲਣ ਲੱਗੇ ਸੀ। ਨਾਰਾਇਣ ਸੁਧ ਆਈ, ਵਾਹਿਗੁਰੂ ਦੇ ਸਿਮਰਨ ਦੀ ਗਿਆਤ ਹੋ ਗਈ, ਸੋਝੀ ਹੋ ਗਈ। ਇੱਕ ਵਾਰ ਮਨ ਨੇ ਜੁੜ ਕਰਕੇ ਜਦੋਂ ਨਾਮ ਦਾ ਉਚਾਰਨ ਕੀਤਾ ਨਾ, ਨਾਰਾਇਣ ਆਪਣੇ ਮੁਖ ਤੋਂ ਆਖਿਆ, ਉਸੇ ਸਮੇਂ ਸਾਰੇ ਸਰੀਰ ਦੇ ਅੰਦਰ ਝਰਨਾਟਾਂ ਛਿੜ ਗਈਆਂ, ਵਿਸਮਾਦ ਪ੍ਰਗਟ ਹੋ ਗਿਆ। ਅਜਾਮਲ ਦੇ ਨੇਤਰਾਂ ਵਿੱਚੋਂ ਨੀਰ ਵਹਿ ਗਿਆ। ਵਾਹਿਗੁਰੂ ਦਾ ਪ੍ਰਤੱਖ ਦਰਸ਼ਨ ਹੋਇਆ ਸਾਹਮਣੇ। ਪਰਮੇਸ਼ਰ ਨੇ ਆਣ ਦੀਦਾਰ ਦਿੱਤੇ ਅਜਾਮਲ ਦੇ ਤਾਈਂ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਵਾਹੀ ਦਿੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਏਡਾ ਪਾਪੀ ਸੀਗਾ, ਜਿਸ ਐਡੇ ਪਾਪੀ ਦੇ ਪਾਪ ਜਿਹੜੇ ਸੀ, ਜਨਮ ਜਨਮ ਕੇ ਪਾਪ ਖੋਏ ਕਾ। ਜਦੋਂ ਸਤਿਗੁਰੂ ਜੀ ਕਹਿੰਦੇ ਆ ਕਿ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ਼ ਕਰ ਦਿੰਦਾ ਨਾਮ, ਤੇ ਫਿਰ ਉਹ ਬੈਕੁੰਠ ਧਾਮ ਨੂੰ ਸੱਚਖੰਡ ਨੂੰ ਜਾਂਦਾ ਹੈ ਸਰੀਰ ਨੂੰ ਤਿਆਗ ਕੇ। ਤੇ ਸਤਿਗੁਰੂ ਜੀ ਨੇ ਪ੍ਰਮਾਣ ਦੇ ਕੇ ਨਾਲ ਦੱਸਿਆ ਕਿ ਭਾਈ ਗੁਰਸਿੱਖੋ ਵੇਖ ਲਓ ਕਿੰਨੇ ਪਾਪ ਸੀ ਅਜਾਮਲ ਦੇ, ਪਿਛਲੇ ਜਨਮਾਂ ਵਿੱਚ ਵੀ ਕੀਤੇ ਹੋਏ ਪਾਪਾਂ ਕਰਕੇ ਹੀ ਵਿਸ਼ਵਾ ਦੇ ਘਰੇ ਜਾ ਕੇ ਉਹ ਸੰਕਲਪ ਰਹਿ ਗਿਆ ਸੀਗਾ, ਤੇ ਫਿਰ ਇਹ ਕੁਕਰਮਾਂ ਵਿੱਚ ਫਸ ਗਿਆ ਅਜਾਮਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਾਂ ਸੰਗਤ ਦੀ ਭਾਈ ਕਿਰਪਾ ਹੈ, ਨਾਮ ਦੀ ਬਰਕਤ ਹੈ ਕਿ ਅੰਤ ਕਾਲ ਦੇ ਸਮੇਂ ਜਦੋਂ ਮਰਨ ਲੱਗਾ ਸੀ, ਪ੍ਰਾਣ ਨਿਕਲਣ ਲੱਗੇ ਸੀ, ਤੇ ਭਾਵੇਂ ਆਪਣੇ ਪੁੱਤਰ ਦਾ ਨਾਮ ਰੱਖਿਆ ਹੋਇਆ ਸੀ ਕਿ ਨਾਰਾਇਣ ਕਹਿ ਕੇ ਉਹਨੂੰ ਬੁਲਾਉਂਦਾ ਸੀ ਕਿ ਪੁੱਤਰ ਉਪੰਨਾ ਸਤਵਾਂ ਨਾਉ ਧਰਨ ਨੂੰ ਚਿੱਤ ਉਮਾਹਿਆ, ਗੁਰੂ ਦੁਆਰਾ ਹੋਏ ਕਹਿ ਗੁਰਮੁਖ ਨਾਮ ਨਾਰਾਇਣ ਕਹਿਆ। ਇਹ ਸਾਧੂਆਂ ਨੇ ਕਹਿ ਦਿੱਤਾ ਸੀ ਜਦੋਂ ਉਹਨਾਂ ਸੇਵਾ ਕੀਤੀ ਸੀ ਅਜਾਮਲ ਨੇ। ਕਹਿੰਦੇ ਅੱਗੋਂ ਆਪਣੇ ਇਹ ਜਿਹੜਾ ਪੁੱਤਰ ਦਾ ਜਨਮ ਹੋਣਾ ਇਹਦਾ ਨਾਮ ਨਾਰਾਇਣ ਰੱਖੀ। ਤੇ ਫਿਰ
ਅਜਾਮਲ ਮੋਹ ਹੋਣ ਕਰਕੇ ਪੁੱਤਰ ਵਿੱਚ ਤੇ ਉਹਨੂੰ ਆਵਾਜ਼ ਮਾਰਦਾ ਸੀ ਜਦੋਂ ਜਮਗਣ ਦਿਖਾਈ ਦਿੰਦੇ ਸੀ। ਜਦੋਂ ਨਾਰਾਇਣ ਕਹਿੰਦਾ ਹੈ ਤੇ ਹੌਲੀ ਹੌਲੀ ਇਹਦੀ ਸੁਰਤ ਜਿਹੜੀ ਸੀ ਨਾ ਪਰਮੇਸ਼ਰ ਵਿੱਚ ਲੱਗ ਗਈ। ਜਦੋਂ ਪਰਮੇਸ਼ਰ ਵਿੱਚ ਸੁਰਤ ਲੱਗੀ ਹੈ, ਵਾਹਿਗੁਰੂ ਨੂੰ ਚੇਤੇ ਕਰਕੇ ਇਹਨੇ ਪਿਆਰ ਨਾਲ ਇੱਕ ਮਨ ਹੋ ਕੇ ਜਦੋਂ ਨਾਰਾਇਣ ਉਚਾਰਨ ਕੀਤਾ ਤੇ ਉਸੇ ਸਮੇਂ ਵਿੱਚ ਹੀ ਸੱਚੇ ਪਾਤਸ਼ਾਹ ਮਹਾਰਾਜ ਨੇ ਨਿਮਖ ਦਾ ਸਮਾਂ ਕਿਹਾ, ਛਿਨ ਦਾ ਸਮਾਂ ਕਿਹਾ। ਅਜੇ ਨਾਰਾਇਣ ਮੁਖ ਤੋਂ ਕਿਹਾ ਹੈ ਓਨੀ ਪ੍ਰੀਤ ਨਾਲ ਤੇ ਵਾਹਿਗੁਰੂ ਜੀ ਸਾਖਿਆਤ ਹੋ ਗਏ ਸੀ। ਮਹਾਰਾਜ ਕਹਿੰਦੇ ਸੁੱਧ ਆ ਗਈ, ਗਿਆਤ ਆ ਗਈ ਅੰਤਲੇ ਸਵਾਸਾਂ ਤੇ ਅਜਾਮਲ ਨੂੰ, ਤੇ ਅੰਤਲੇ ਸਵਾਸਾਂ ਤੇ ਹੀ ਨਾਮ ਦੀ ਸ਼ਕਤੀ ਦੀ ਗਿਆਤ ਹੋਈ। ਨਾਮ ਦੇ ਅੰਦਰ ਕਿਹੋ ਜੀ ਬਰਕਤ ਹੈ ਅਜਾਮਲ ਨੂੰ ਪਤਾ ਲੱਗਿਆ ਜਦੋਂ ਅਜਾਮਲ ਦੇ ਸਵਾਸ ਨਿਕਲ ਰਹੇ ਸੀਗੇ। ਮਹਾਰਾਜ ਕਹਿੰਦੇ ਉਹਦੇ ਕੋਲ ਥੋੜੇ ਸਵਾਸ ਸੀ, ਇੱਕ ਹੀ ਸਾਹ ਨਾਲ ਉਹਨੂੰ ਉਹ ਪ੍ਰਾਪਤੀ ਹੋ ਗਈ। ਕਿਹੜੀ ਪ੍ਰਾਪਤੀ? ਮਹਾਰਾਜ ਦੱਸਦੇ ਹਨ, ਜਾਂ ਗਤ ਕੋ ਜੋਗੀ ਸੁਰ ਬਾਛਤ। ਜਿਹੜੀ ਗਤ ਪ੍ਰਾਪਤੀ ਨੂੰ, ਜਿਸ ਸੱਚਖੰਡ ਦੇ ਅੰਦਰ ਨਿਵਾਸ ਰੂਪੀ ਪ੍ਰਾਪਤੀ ਨੂੰ ਵੱਡੇ ਵੱਡੇ ਜੋਗੀਆਂ ਦੇ ਈਸ਼ਰ ਜਿਹੜੇ ਆ ਬਿਆਸ ਜੀ ਵਰਗੇ, ਇਸ ਪ੍ਰਕਾਰ ਜਿਹੜੇ ਆ ਬੜੇ ਬੜੇ ਮਹਾਨ ਰਿਸ਼ੀ ਮੁਨੀ ਹੈ ਜਿਹੜੇ ਚਾਹੁੰਦੇ ਸੀ, ਬਾਂਛਦੇ ਸੀ ਕਿ ਸਾਨੂੰ ਇਹ ਗਤ ਪ੍ਰਾਪਤੀ ਹੋਵੇ, ਇਹ ਪਦਵੀ ਮਿਲ ਜਾਵੇ। ਸੋ ਗਤ ਛਿਨ ਮਹਿ ਪਾਈ। ਉਹ ਗਤ ਹਾਲਤ ਜਿਹੜੀ ਸੀ, ਉਹ ਗਤ ਪ੍ਰਾਪਤੀ ਦੀ ਜਿਹੜੀ ਪਦਵੀ ਪ੍ਰਾਪਤ ਹੋਈ, ਛਿਨ ਮਹਿ ਪਾਈ। ਇੱਕ ਛਿਨ ਮਾਤਰ ਸਮੇਂ ਦੇ ਅੰਦਰ ਹੀ ਮਹਾਰਾਜ ਕਹਿੰਦੇ ਅਜਾਮਲ ਨੂੰ ਪ੍ਰਾਪਤ ਹੋ ਗਈ। ਇਸ ਕਰਕੇ ਹੇ ਮੇਰੇ ਮਨਾ ਰੇ ਮਨ ਓਟ ਲਿਹੋ ਹਰ ਨਾਮਾ। ਹੇ ਮੇਰੇ ਪਿਆਰੇ ਮਨਾ ਤੂੰ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ, ਪਰਮੇਸ਼ਰ ਦੇ ਨਾਮ ਦਾ ਆਸਰਾ ਲੈ। ਐਵੇਂ ਇਸ ਸੰਸਾਰ ਦੇ ਝੂਠੇ ਆਸਰੇ ਵੇਖ ਤੇਰੇ ਪਹਿਲਾਂ ਨਹੀਂ ਕੋਈ ਕੰਮ ਆਏ, ਅੱਜ ਤੱਕ ਮਨ ਨੂੰ ਸ਼ਾਂਤੀ ਨਹੀਂ ਮਿਲੀ, ਤੇ ਕਿਉਂ ਇਹਨਾਂ ਦੇ ਪਿੱਛੇ ਭਟਕਦਾ? ਤੂੰ ਹੁਣ ਨਾਮ ਦੀ ਟੇਕ ਲੈ ਕੇ ਵੇਖ, ਵਾਹਿਗੁਰੂ ਦੇ ਨਾਮ ਦਾ ਆਸਰਾ ਲੈ। ਵੇਖ ਤੇਰੇ ਕੋਲ ਤਾਂ ਸਾਹ ਹੈ, ਅਜੇ ਪੂੰਜੀ ਹੈ, ਤੇ ਫਿਰ ਤੂੰ ਭਜਨ ਕਰ ਸਕਦਾ ਹੈ ਨਾ। ਅਜਾਮਲ ਦੀ ਤਾਂ ਹਾਲਤ ਵੇਖ, ਉਹਨੂੰ ਤਾਂ ਅੰਤ ਦੇ ਸਮੇਂ ਸੁੱਧ ਹੋਈ। ਜਦੋਂ ਉਹਨੂੰ ਗਿਆਤ ਹੋਈ, ਨਾਰਾਇਣ ਦਾ ਨਾਮ ਉਚਾਰਨ ਕੀਤਾ ਤੇ ਪਦਵੀ ਵੀ ਉਹ ਪਾ ਕੇ ਨਿਹਾਲ ਹੋਇਆ ਜਿਸ ਪਦਵੀ ਨੂੰ ਵੱਡੇ ਵੱਡੇ ਜੋਗੀਆਂ ਦੇ ਈਸ਼ਰ ਜਿਹੜੇ ਆ ਨਾ, ਉਹ ਵੀ ਚਾਹੁੰਦੇ ਆ ਕਿ ਸਾਨੂੰ ਇਹ ਪਦਵੀ ਪ੍ਰਾਪਤ ਹੋਵੇ ਸੱਚਖੰਡ ਵਿੱਚ ਵਾਸ ਦੀ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਜਾਮਲ ਨੇ ਤਾਂ ਸੋ ਗਤ ਛਿਨ ਮਹਿ ਪਾਈ। ਉਹ ਗਤ ਅਵਸਥਾ, ਉਹ ਪ੍ਰਾਪਤੀ ਮਹਾਰਾਜ ਕਹਿੰਦੇ ਛਿਨ ਦੇ ਅੰਦਰ ਹੀ ਪਾ ਲਈ ਵਾਹਿਗੁਰੂ ਦੀ ਅਭੇਦਤਾ ਦੀ। ਨਾਹਿਨ ਗੁਣ ਨਾਹਿਨ ਕਛ ਵਿਦਿਆ। ਹੁਣ ਸੱਚੇ ਪਾਤਸ਼ਾਹ ਜੀ ਤੀਸਰਾ ਪਦ ਸ਼ਬਦ ਦਾ ਉਚਾਰਨ ਕਰਦੇ ਆ। ਕਿਹਾ ਸੀ ਨਾ ਤੇ ਪਦੇ, ਇਹ ਤੀਸਰਾ ਪਦ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਹਰੀਹਰ ਖੇਤਰ ਦੇ ਉੱਤੇ ਜਿਹੜੀ ਹਾਥੀ ਦੀ ਰੱਖਿਆ ਕੀਤੀ ਸੀ, ਸੁਦਰਸ਼ਨ ਚੱਕਰ ਛੱਡ ਕਰਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਸੀਗੀਆਂ, ਕਰ ਧਰੇ ਚੱਕਰ ਬੈਕੁੰਠ ਤੇ ਆਏ। ਹੱਥ ਵਿੱਚ ਚੱਕਰ ਸੀਗਾ, ਸੰਖ ਚੱਕਰ ਗਦਾ ਪਦਮ, ਉਹ ਸਾਰਾ ਕੁਝ ਜੋ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਜਦੋਂ ਕਹਿੰਦੇ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਜਿਹੜਾ ਹਾਥੀ ਸੀ ਨਾ, ਉਹਦੇ ਪ੍ਰਾਣਾਂ ਦੀ ਰੱਖਿਆ ਕਰਨ ਲਈ ਵਾਹਿਗੁਰੂ ਨੇ ਆਪਣਾ ਸੁਦਰਸ਼ਨ ਚੱਕਰ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਸੀ, ਹਾਥੀ ਦੀ ਰੱਖਿਆ ਕੀਤੀ ਸੀ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਮਨ ਦਾ ਨਿਸ਼ਚਾ ਵੱਜ ਜਾਵੇ, ਹਜੂਰ ਸਾਨੂੰ ਇਉਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੋਏ ਦੱਸਦੇ ਹਨ, ਨਾਹਿਨ ਗੁਣ ਨਾਹਿਨ ਕਛ ਵਿਦਿਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ, ਨਾਹਨ ਗੁਣ, ਗੁਰਸਿੱਖੋ ਕੋਈ ਗੁਣ ਨਹੀਂ ਸੀ ਹਾਥੀ ਦੇ ਅੰਦਰ ਕਿ ਉਹਨੇ ਕੋਈ ਸਤ ਸੰਤੋਖ ਦਇਆ ਧਰਮ ਇਹ ਕੋਈ ਗੁਣ ਕਮਾਇਆ ਹੋਵੇ। ਕੋਈ ਵੀ ਤਾਂ ਗੁਣ ਨਹੀਂ ਸੀ ਨਾ। ਹਾਥੀ ਕਿਹੜਾ ਸਤ ਸੰਗਤ ਕਰਦਾ ਸੀਗਾ, ਹਾਥੀ ਕਿਹੜਾ ਕੋਈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਗੁਣ ਧਾਰਨ ਕੀਤਾ ਹੋਇਆ ਸੀ ਹਾਥੀ ਨੇ। ਨਾਹਨ ਗੁਣ ਨਾਹਨ ਕਛ ਵਿਦਿਆ।
ਨਾ ਹੀ ਕਿਸੇ ਪ੍ਰਕਾਰ ਦੀ ਕੋਈ ਵਿੱਦਿਆ ਪੜ੍ਹੀ ਸੀ ਹਾਥੀ ਨੇ, ਕਿ ਸੰਸਕ੍ਰਿਤ ਪੜ੍ਹੀ ਸੀ ਜਾਂ ਕਰਕੇ ਵੇਦ ਦੇ ਅੰਗ ਪੜ੍ਹੇ ਹੋਏ ਸੀ। ਕੁਛ ਵੀ ਤਾਂ ਪੜ੍ਹਿਆ ਨਹੀਂ ਸੀ ਹਾਥੀ। ਮਹਾਰਾਜ ਕਹਿੰਦੇ ਕੋਈ ਵਿੱਦਿਆ ਵੀ ਨਹੀਂ ਪੜ੍ਹਿਆ ਹੋਇਆ ਸੀਗਾ। ਧਰਮ ਕੌਣ ਗਜ ਕੀਨਾ। ਤੇ ਦੱਸੋ ਗਜ ਹਾਥੀ ਨੇ ਧਰਮ ਕਿਹੜਾ ਕਮਾਇਆ ਸੀ? ਕੋਈ ਵੀ ਤਾਂ ਧਰਮ ਉਹਨੇ ਧਾਰਨ ਹੀ ਨਹੀਂ ਸੀ ਕੀਤਾ। ਨਾਨਕ ਬਿਰਦ ਰਾਮ ਕਾ ਦੇਖੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਐ, ਮੇਰੇ ਵਾਹਿਗੁਰੂ ਦਾ ਬਿਰਦ ਧਰਮ ਤਾਂ ਵੇਖਣਾ ਕਰੋ। ਅਭੈ ਦਾਨ ਤਿਹ ਦੀਨਾ। ਉਸ ਦੇ ਤਾਈਂ ਨਿਰਭੈਤਾ ਦਾ ਦਾਨ ਮੇਰੇ ਵਾਹਿਗੁਰੂ ਨੇ ਦਿੱਤਾ। ਤੰਦੂਏ ਦੀਆਂ ਤਾਰਾਂ ਕੱਟ ਕੇ ਉਸ ਦੀ ਰੱਖਿਆ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੇਕਰ ਕਿ ਤੇਰੇ ਮਨ ਦੇ ਅੰਦਰ ਇਹ ਖਿਆਲ ਹੈ ਕਿ ਮੈਨੂੰ ਕੋਈ ਗੁਣ ਹੀ ਨਹੀਂ ਪ੍ਰਾਪਤ, ਮੈਂ ਤਾਂ ਔਗੁਣਾਂ ਦਾ ਭਰਿਆ ਹੋਇਆ, ਮੈਨੂੰ ਪਰਮੇਸ਼ਰ ਕਿਵੇਂ ਮਿਲੇਗਾ? ਸਤਿਗੁਰੂ ਜੀ ਕਹਿੰਦੇ ਆ, ਚੇਤੇ ਕਰ ਲੈ, ਵੇਖ ਹਾਥੀ ਕੋਲ ਕਿਹੜਾ ਗੁਣ ਸੀਗਾ। ਤੂੰ ਆਪਣੇ ਮਨ ਦੇ ਅੰਦਰ ਝੋਰਦਾ ਕਿਉਂ ਰਹਿਣਾ? ਕਿਉਂਕਿ ਝੋਰਾ ਹੀ ਭਜਨ ਨਹੀਂ ਕਰਨ ਦਿੰਦਾ। ਝੋਰੇ ਦੇ ਨਾਲ ਹੀ, ਕੀਤੇ ਹੋਏ ਪਾਪਾਂ ਦੀ ਮੈਲ ਨਾਲ ਹੀ ਜੀਵ ਭਜਨ ਤੋਂ ਦੂਰ ਰਹਿੰਦਾ ਹੈ ਤੇ ਸੋਚਦਾ ਹੈ ਕਿ ਮੈਨੂੰ ਕਿੱਥੇ ਪ੍ਰਾਪਤੀ ਹੋਣੀ ਹੈ। ਮਹਾਰਾਜ ਕਹਿੰਦੇ ਹਾਥੀ ਨਾਲੋਂ ਤੇ ਨਹੀਂ ਨਾ ਤੂੰ ਰਿਹਾ ਹੋਇਆ। ਇਸ ਕਰਕੇ ਇਹ ਮੇਰੇ ਮਨਾ ਮਨ ਰੇ ਓਟ ਲਿਹੋ ਹਰ ਨਾਮਾ। ਜੇ ਹਾਥੀ ਨੇ ਓਟ ਲੈ ਲਈ ਤਾਂ ਤੂੰ ਕਿਉਂ ਨਹੀਂ ਓਟ ਲੈਂਦਾ? ਤੂੰ ਵੀ ਵਾਹਿਗੁਰੂ ਦੀ ਓਟ ਲੈ ਲੈ, ਨਿਰੰਕਾਰ ਦਾ ਆਸਰਾ ਲੈ ਲੈ। ਨਾਹਨ ਕਛ ਵਿਦਿਆ। ਕਈ ਵਾਰੀ ਕਈ ਖਿਆਲ ਕਰਦੇ ਆ, ਮੈਂ ਤਾਂ ਕੋਈ ਵਿਦਿਆ ਹੀ ਨਹੀਂ ਪੜ੍ਹਿਆ ਹੋਇਆ ਤੇ ਮੈਨੂੰ ਤਾਂ ਪੜ੍ਹਨਾ ਹੀ ਕੁਛ ਨਹੀਂ ਆਉਂਦਾ। ਪਰ ਮਹਾਰਾਜ ਦੀ ਬਾਣੀ ਨੇ ਕਿਹਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਮਹਾਰਾਜ ਕਹਿੰਦੇ ਹਾਥੀ ਨੇ ਕਿਹੜੇ ਕਿਸੇ ਸਕੂਲ 'ਚ ਵਿਦਿਆ ਪੜ੍ਹੀ ਸੀ, ਕਿਸੇ ਪਾਠਸ਼ਾਲਾ ਵਿੱਚ ਪੜ੍ਹਿਆ ਸੀਗਾ? ਨਾ ਹੀ ਕੋਈ ਸ਼ੁਭ ਗੁਣ ਸੀ ਕਮਾ ਸਕਿਆ ਹਾਥੀ, ਨਾ ਕੋਈ ਵਿਦਿਆ ਪੜ੍ਹ ਸਕਿਆ ਸੀਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਧਰਮ ਕੌਣ ਗਜ ਕੀਨਾ। ਧਰਮ ਨੂੰ ਧਾਰਨ ਕਰਕੇ ਫਿਰ ਉਹਦੇ ਚਿੰਨ੍ਹ ਜਿਹੜੇ ਆ ਉਹਨੂੰ ਆਪਣੇ ਅੰਦਰ ਧਾਰਨ ਕਰਦੇ ਆ। ਆਪੋ ਆਪਣੇ ਧਰਮ ਦੇ ਮੂਜਬ ਜੀਵ ਸੰਸਾਰ ਦੇ ਅੰਦਰ ਕਰਮ ਕਰਦੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ, ਕਿਹੜਾ ਧਰਮ ਦਾ ਕਰਮ ਜਿਹੜਾ ਸੀ ਉਹ ਹਾਥੀ ਨੇ ਕਰਨਾ ਕੀਤਾ ਸੀਗਾ? ਕੋਈ ਵੀ ਧਰਮ ਉਹ ਧਾਰਨ ਨਹੀਂ ਕਰ ਸਕਿਆ, ਕੋਈ ਧਰਮ ਦਾ ਕਰਮ ਨਹੀਂ। ਮਹਾਰਾਜ ਕਹਿੰਦੇ, ਭਾਈ ਹਾਥੀ ਨੇ ਧਰਮ ਕੌਣ ਗਜ ਕੀਨਾ। ਦੱਸੋ ਗਜ ਹਾਥੀ ਨੇ ਕਿਹੜਾ ਧਰਮ ਕਰਨਾ ਕੀਤਾ ਸੀ? ਪਰ ਮਹਾਰਾਜ ਜੀ ਕਹਿੰਦੇ ਆ, ਨਾਨਕ ਬਿਰਦ ਰਾਮ ਕਾ ਦੇਖੋ। ਮੇਰੇ ਵਾਹਿਗੁਰੂ ਦਾ ਜਿਹੜਾ ਹੈ ਨਾ, ਇਹ ਗਰੀਬ ਨਵਾਜ ਬਿਰਦ ਵੈ। ਵਾਹਿਗੁਰੂ ਜੀ ਕਿਰਪਾ ਕਰਦੇ ਆ, ਜਿਹੜਾ ਨਿਮਾਣਾ ਹੋ ਜਾਂਦਾ ਹੈ, ਜਿਹੜਾ ਨਤਾਣਾ ਹੋ ਜਾਂਦਾ ਹੈ, ਉਹਦੇ ਉੱਤੇ ਮਿਹਰਬਾਨਗੀ ਕਰਦੇ ਆ। ਮੇਰੇ ਵਾਹਿਗੁਰੂ ਦਾ ਸੁਭਾਅ ਹੈ, ਉਹ ਦਿਆਲੂ ਹੈ, ਕਿਰਪਾਲੂ ਹੈ। ਜਿਹੜਾ ਨਿਰਮਾਣ ਹੋ ਜਾਂਦਾ ਹੈ, ਉਹਦੇ ਫਿਰ ਗੁਣ ਵੀ ਨਹੀਂ ਮਹਾਰਾਜ ਵੇਖਦੇ। ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਖਿਨ ਮਾਤਰ ਸਮੇਂ 'ਚ ਹੀ ਮਹਾਰਾਜ ਬਖਸ਼ ਲੈਂਦੇ ਐ। ਸੱਚੇ ਪਾਤਸ਼ਾਹ ਮਹਾਰਾਜ ਨੇ ਗੁਣ ਤਾਂ ਸਾਰੇ ਮਹਾਰਾਜ ਦੇ ਦਿੱਤੇ ਹੋਏ ਐ, ਔਗੁਣਾਂ ਦੀ ਵੀ ਫਿਰ ਮਹਾਰਾਜ ਵਿਚਾਰ ਨਹੀਂ ਕਰਦੇ ਤੇ ਕਿਰਪਾ ਕਰਕੇ ਆਪ ਹੀ ਮਿਹਰ ਕਰਕੇ ਬਖਸ਼ ਲੈਂਦੇ ਐ। ਨਹੀਂ ਤਾਂ ਮਨ ਦੀ ਹਾਲਤ ਇਹੋ ਜੀ ਡਾਵਾਂ ਡੋਲ ਹੈ ਕਿ ਜਿੰਨੇ ਜਿੰਨੇ ਕਰਮ ਓਨੀ ਓਨੀ ਮੈਲ ਤੇ ਭਜਨ ਦੀ ਓਟ ਨਹੀਂ ਮੰਨ ਲੈਂਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਅਜਾਮਲ ਵਰਗਾ ਪਾਪ ਕਿਨ ਕਰਨਾ ਹੈ, ਗਨਕਾ ਵਰਗੀ ਪਾਪਣ ਕਿਨ ਹੋਣਾ ਹੈ। ਤੇ ਵੇਖ ਮਨਾ, ਜੇ ਐਡੇ ਪਾਪੀ ਉਧਰ ਗਏ ਐ ਤੇ ਤੂੰ ਕਿਉਂ ਨਹੀਂ ਓਟ ਲੈਂਦਾ ਮਹਾਰਾਜ ਦੇ ਨਾਮ ਦੀ? ਅੱਜ ਤੋਂ ਹੀ ਜਦੋਂ ਤੂੰ ਗੁਰੂ ਉਪਦੇਸ਼ ਸੁਣ ਲਈਏ ਨਾ ਤੇ ਉਦੋਂ ਤੋਂ ਹੀ ਧਾਰਨ ਕਰ ਲਈਏ। ਫਿਰ ਕਹਿੰਦੇ ਆ ਕਿ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ, ਪਾਪ ਪਰਤਾਵੇ ਆਪਣੇ ਸਿਧਾਂਤ ਦੇ ਉੱਤੇ, ਉਹਨੂੰ ਫਿਰ ਭੁੱਲਿਆ ਨਹੀਂ ਕਹਿੰਦੇ। ਤੂੰ ਹੁਣ ਹੀ ਸਮਝ ਜਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਰੇ ਮਨ ਓਟ ਲਿਹੋ ਹਰ ਨਾਮਾ। ਹੇ ਮੇਰੇ ਮਨਾ, ਵਾਹਿਗੁਰੂ ਦੇ ਨਾਮ ਦੀ ਓਟ ਲੈ, ਪਰਮੇਸ਼ਰ ਦੇ ਨਾਮ ਦਾ ਆਸਰਾ ਤੱਕ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਅਖੀਰਲੀ ਪੰਕਤੀ ਕਿ ਨਾਨਕ ਬਿਰਦ ਰਾਮ ਕਾ ਦੇਖੋ। ਮੇਰੇ ਵਾਹਿਗੁਰੂ ਦਾ ਬਿਰਦ ਬਾਣਾ ਜਿਹੜਾ ਨਾ ਬਿਰਦ ਧਰਮ ਤਾਂ ਵੇਖੋ ਕਿ ਐਸੀ ਜਿਹਨੇ ਗਰੀਬੀ ਧਾਰਨ ਕੀਤੀ, ਫੁੱਲ ਤੋੜ ਕੇ ਆਕਾਸ਼ ਨੂੰ ਸਿੱਧਾ ਕੀਤਾ। ਹਾਥੀ ਨੇ ਗੁਹਾਰ ਲਾਈ ਨਿਰੰਕਾਰ ਦੇ ਅੱਗੇ, ਓਟ ਲੈ ਲਈ ਮਹਾਰਾਜ ਤੇਰੇ ਤੋਂ ਬਿਨਾ ਮੇਰਾ ਕੋਈ ਰੱਖਿਅਕ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਰਾਮ ਦਾ ਬਿਰਦ ਧਰਮ ਦੇਖੋ। ਅਭੈ ਦਾਨ ਤਿਹ ਦੀਨਾ, ਨਿਰਭੈਤਾ ਦਾ ਦਾਨ ਉਸ ਹਾਥੀ ਨੂੰ ਦੇਣਾ ਕੀਤਾ। ਤੰਦੂਏ ਦੀਆਂ ਸਾਰੀਆਂ ਤਾਰਾਂ ਜਿਹੜੀਆਂ ਸੀ ਕੱਟ ਦਿੱਤੀਆਂ ਤੇ ਹਾਥੀ ਨੂੰ ਜਿਹੜਾ ਡੋਬ ਕੇ ਮਾਰਨਾ ਚਾਹੁੰਦਾ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਹੈ ਨਾ ਇਹ ਹਾਥੀ ਦੀ ਨਿਆਈ ਹੈ। ਜਿਹੜੇ ਇਸ ਪ੍ਰਕਾਰ ਇਹ ਵਕਾਰ ਹਨ ਇਹ ਅਗਿਆਨ ਰੂਪੀ ਤੰਦੂਆ ਹੈ ਤੇ ਵਿਸ਼ੇ ਤੇ ਵਕਾਰਾਂ ਇਹਦੀਆਂ ਤਾਰਾਂ ਹਨ ਤੇ ਇਹ ਵਕਾਰਾਂ ਰੂਪੀ ਤਾਰਾਂ ਪਾ ਕਰਕੇ ਮਨ ਰੂਪੀ ਹਾਥੀ ਨੂੰ ਅਗਿਆਨ ਰੂਪੀ ਤੰਦੂਆ ਇਹ ਸੰਸਾਰ ਦੇ ਸਮੁੰਦਰ ਦੇ ਅੰਦਰ ਡੋਬਣਾ ਚਾਹੁੰਦਾ ਹੈ, ਭਾਵ ਨਰਕਾਂ ਵਿੱਚ ਪਾਉਣਾ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਅਰਦਾਸ ਜਿਹੜੇ ਕਰਦੇ ਐ ਵਾਹਿਗੁਰੂ ਜੀ ਦੀ ਓਟ ਲੈਂਦੇ ਐ ਤੇ ਫਿਰ ਕੀ ਹੁੰਦਾ ਹੈ, ਸਿਮਰਨ ਦਾ ਚੱਕਰ ਚੱਲਦਾ ਹੈ। ਵਾਹਿਗੁਰੂ ਸਿਮਰਨ ਦਾ ਜਿਹੜਾ ਆਪਣੇ ਅੰਦਰ ਸੁਦਰਸ਼ਨ ਚੱਕਰ ਕੀ ਹੈ, ਵਾਹਿਗੁਰੂ ਦੇ ਨਾਮ ਦਾ ਸਿਮਰਨ ਚੱਲ ਪੈਣਾ। ਵਾਹਿਗੁਰੂ 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 ਇਹ ਚੱਕਰ ਦਾ ਚੱਲਣਾ ਹੈ। ਤੇ ਜਦੋਂ ਇਹ ਚੱਕਰ ਚੱਲਦਾ ਹੈ ਵਾਹਿਗੁਰੂ ਨਾਮ ਸਿਮਰਨ ਜਿਹੜਾ ਹੈ ਨਾ ਇਹ ਸੁਦਰਸ਼ਨ ਚੱਕਰ ਦੀ ਨਿਆਈ ਹੈ। ਤੇ ਫਿਰ ਅਗਿਆਨ ਰੂਪੀ ਤੰਦੂਏ ਦੀਆਂ ਵਿਸ਼ਿਆਂ ਵਕਾਰਾਂ ਰੂਪੀ ਜਿਹੜੀਆਂ ਤਾਰਾਂ ਹਨ ਉਹਨਾਂ ਨੂੰ ਕੱਟ ਦਿੰਦਾ ਹੈ। ਅਗਿਆਨ ਤੋਂ ਇਹ ਮਨ ਰੂਪੀ ਹਾਥੀ ਛੁੱਟ ਜਾਂਦਾ ਹੈ। ਤੇ ਫਿਰ ਸਾਧ ਸੰਗਤ ਜੀ ਇਹਨੂੰ ਅਭੈਤਾ ਦਾ ਦਾਨ ਨਿਰਭੈਤਾ ਦਾ ਦਾਨ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਅਜਾਮਲ ਦਾ ਤੇ ਹਾਥੀ ਦਾ ਪ੍ਰਮਾਣ ਦੇ ਕੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਕਿ ਹੇ ਮੇਰੇ ਮਨਾ ਤੂੰ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ, ਪਰਮੇਸ਼ਰ ਦਾ ਆਸਰਾ ਲੈ ਲੈ, ਤਾਂ ਕਰਕੇ ਤੈਨੂੰ ਵੀ ਉੱਤਮ ਪਦਵੀ ਪ੍ਰਾਪਤ ਹੋਵੇ ਜਿਸ ਪਦਵੀ ਨੂੰ ਵੱਡੇ ਵੱਡੇ ਜੋਗੀਆਂ ਦੇ ਈਸ਼ਰ ਖੋਜਦੇ ਪਰ ਨਹੀਂ ਸੀ ਉਹਨਾਂ ਨੂੰ ਪ੍ਰਾਪਤ ਹੁੰਦੀ, ਚਾਹੁੰਦੇ ਸੀ ਪ੍ਰਾਪਤ ਕਰਨੀ। ਅਜਾਮਲ ਨੂੰ ਛਿਨ 'ਚ ਹੀ ਉਹ ਸਾਰਾ ਨਜ਼ਾਰਾ ਦਿਸਿਆ, ਵਾਹਿਗੁਰੂ ਦਾ ਦਰਸ਼ਨ ਹੋਇਆ ਤੇ ਸੱਚਖੰਡ ਦੇ ਵਿੱਚ ਉਹਨੂੰ ਨਿਵਾਸ ਪ੍ਰਾਪਤ ਹੋਇਆ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਨੇ ਪਵਿੱਤਰ ਸਿੱਖਿਆ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜੀ ਰਹਿਮਤ ਕਰਨ, ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਸਭ ਥਾਈਂ ਹੋਏ ਸਹਾਏ,
ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।